ਸਿੰਘ ਹੋਰਾਂ ਨੇ ਆਪ ਜੀ ਨੂੰ ਜੋ ਗੁਰੂ ਘਰ ਦੀ ਪਿਛਲੇ ਸਮੇਂ ਵਿੱਚ ਪ੍ਰੋਗਰੈਸ ਹੋਈ ਹੈ ਜਾਂ ਜੋ ਅਗਾਂਹ ਪਲੈਨਿੰਗ ਹੈ ਉਸ ਦੇ ਪ੍ਰਥਾਏ ਬੜੇ ਵਿਸਤਾਰ ਦੇ ਨਾਲ ਦਰਸਾਉਣਾ ਕੀਤਾ। ਮੈਂ ਕੇਵਲ ਇੱਕੋ ਬੇਨਤੀ ਕਰਨ ਵਾਸਤੇ ਆਪ ਜੀ ਦੇ ਸਨਮੁਖ ਹੋਇਆ, ਕਿਉਂਕਿ ਉਂਝ ਆਪਾਂ ਨੂੰ ਸਾਡੀ ਕੌਮ ਦੇ ਵਿੱਚ ਪੜ੍ਹਨ ਦਾ ਬਹੁਤ ਘੱਟ ਸ਼ੌਕ ਹੈ, ਪਰ ਉਹਦਾ ਨਤੀਜਾ ਵੀ ਆਪਾਂ ਭੁਗਤ ਰਹੇ ਹਾਂ। ਸਾਡੇ ਬੱਚੇ ਜਿਹੜੇ ਆ ਚੰਗਾ ਸਾਹਿਤ ਨਾ ਪੜ੍ਹਨ ਕਰਕੇ ਨਸ਼ਿਆਂ ਵਿੱਚ ਜਾ ਰਹੇ ਆ, ਬੁਰੀ ਸੰਗਤ ਵਿੱਚ ਜਾ ਰਹੇ ਆ, ਜਿਹਦੇ ਕਰਕੇ ਘਰਾਂ ਦੇ ਘਰ ਤਬਾਹ ਹੋ ਰਹੇ ਆ। ਔਰ ਬਾਕੀਆਂ ਕੌਮਾਂ ਵਿੱਚ ਚੰਗਾ ਸਾਹਿਤ, ਚੰਗੀਆਂ ਪੁਸਤਕਾਂ ਪੜ੍ਹਨ ਦੀ ਬਹੁਤ ਵੱਡੀ ਖਾਹਿਸ਼ ਆ, ਮੁੱਲ ਲੈ ਕੇ ਵੀ ਉਹ ਪੜ੍ਹਦੇ ਆ। ਪਰ ਆਪਾਂ ਨੂੰ ਮੁਫਤ ਵੀ ਕੋਈ ਪੁਸਤਕ ਮਿਲੇ, ਆਪਾਂ ਉਸ ਨੂੰ ਵੀ ਘਰ ਲਿਜਾ ਕੇ ਰੱਖਦੇ ਨੇ, ਪੜ੍ਹਦੇ ਨਹੀਂ। ਪਰ ਮੈਂ ਬਹੁਤਾ ਸਮਾਂ ਨਾ ਲਵਾਂ, ਕੇਵਲ ਇਹ ਨਹੀਂ ਕਿ ਤੁਹਾਨੂੰ ਦਰਸਾਉਣ ਵਾਸਤੇ ਜਾਂ ਕਿਸੇ ਪ੍ਰਕਾਰ ਕੋਈ ਉਹਦੀ ਪਬਲਿਸਿਟੀ ਕਰਨ ਵਾਸਤੇ, ਸਿਰਫ ਆਪ ਜੀ ਦੇ ਸਨਮੁਖ ਇਸ ਵਾਸਤੇ ਸਾਡੇ ਪਾਸ ਭਾਈ ਗੁਰਲਾਲ ਸਿੰਘ ਜੀ, ਜਿਨ੍ਹਾਂ ਦਾ ਜੀਵਨ ਜਿਹੜਾ ਸੀ ਪਹਿਲਾਂ ਉਹਨਾਂ ਦਾ ਜਵਾਨੀ ਵਿੱਚ, ਜਵਾਨੀ ਕੀ ਹੁਣ ਤਾਂ ਜਵਾਨ ਹੀ ਹੈ, ਪਰ ਬਚਪਨ ਤੋਂ ਲੈ ਕੇ ਹੁਣ ਤੱਕ ਨਸ਼ਿਆਂ ਵਿੱਚ, ਔਰ ਉਸ ਤੋਂ ਬਾਅਦ ਸਿਗਰਟ ਪੀਂਦੇ ਸਨ, ਤੰਬਾਕੂ ਖਾਂਦੇ ਸਨ, ਸ਼ਰਾਬ ਪੀਂਦੇ ਸਨ, ਜਿੰਨੇ ਵੀ ਐਬ ਸਨ ਉਹ ਆਪਣੀ ਜਵਾਨੀ ਜਿਹੜੇ ਦੱਸਦੇ ਆ ਵੀ ਮੈਂ ਸਾਰੇ ਕਰਦਾ ਸੀ। ਮੈਂ ਮਾੜੀ ਸੁਸਾਇਟੀ ਵਿੱਚ ਵੀ ਗਿਆ, ਜਿੰਨੇ ਕਲੱਬਾਂ ਵਿੱਚ ਗਿਆ ਸ਼ਾਇਦ ਮੇਰੇ ਮੁਕਾਬਲਾ ਨਾ ਕੋਈ ਕਰ ਸਕੇ, ਪੰਜਾਬ ਵਿੱਚ ਵੀ ਇੱਥੇ ਵੀ। ਪਰ ਉਹਨਾਂ ਨੇ ਚੰਗਾ ਸਾਹਿਤ ਪੜ੍ਹਿਆ, ਚੰਗੇ ਸਾਹਿਤ ਤੋਂ ਭਾਵ ਮਹਾਂਪੁਰਖਾਂ ਦੀ ਜੀਵਨੀ ਉਹਨਾਂ ਦੇ ਹੱਥ ਵਿੱਚ ਆਈ, ਸਿੱਖ ਲਿਆ, ਔਰ ਹੋਰ ਉਹਨਾਂ ਨੇ ਪੜ੍ਹਿਆ। ਉਹਨਾਂ ਦਾ ਜੀਵਨ ਜੋ ਹੈ ਬਿਲਕੁਲ ਚੇਂਜ ਹੋ ਗਿਆ। ਜਿਹੜਾ ਚੇਂਜ ਹੀ ਨਹੀਂ ਹੋਇਆ, ਉਹ ਇੱਕ ਗੁਰਮਤਿ ਦੇ ਪ੍ਰਚਾਰਕ ਬਣ ਕੇ ਸਿੱਖ ਕੌਮ ਨੂੰ ਪ੍ਰਾਪਤ ਹੋਏ ਆ। ਔਰ ਉਹਨਾਂ ਦੀ ਜੇ ਪਹਿਲੀ ਕਿਤੇ ਫੋਟੋ ਆਪਾਂ ਦੇਖ ਲਈਏ, ਹੈਗੀਆਂ ਕਿਸੇ ਨੇ ਦੇਖਣੀਆਂ ਹੋਣ, ਉਹ ਇਸ ਪ੍ਰਕਾਰ ਜਿਵੇਂ ਐਕਟਰ ਹੁੰਦੇ ਆ, ਐਕਟਰਾਂ ਤੋਂ ਵੀ ਗਾਂਹ ਦੀਆਂ ਤਰ੍ਹਾਂ ਤਰ੍ਹਾਂ ਦੇ ਪੋਜ਼ ਦੇ ਨਾਲ। ਪਰ ਜੇ ਹੁਣ ਤੁਸੀਂ ਉਹਨਾਂ ਦਾ ਜੋ ਦੇਖਣਾ ਸਰੂਪ, ਤੇ ਉਹ ਆਪ ਜੀ ਨੇ ਆਪਣੇ ਦਰਸ਼ਨ ਕਰਨੇ ਨਾਲ। ਕਿਉਂਕਿ ਮੈਂ ਦੱਸਾਂ ਤੇ ਸ਼ਾਇਦ, ਕਿਉਂਕਿ ਉਂਝ ਜੇ ਆਪਾਂ ਦੇਖੀਏ ਚੰਗੇ ਸਾਹਿਤ ਦਾ ਸੈਂਕੜੇ ਬੰਦੇ ਐਸੇ ਆ ਜਿਹੜੇ ਆਪਣੀ ਜਵਾਨੀ ਪਹਿਲਾ ਜੀਵਨ ਵੀ ਤੇ ਹੁਣ ਦਾ ਜੀਵਨ ਵੀ ਦੱਸਣਗੇ। ਪਰ ਗੁਰਲਾਲ ਸਿੰਘ ਵੀ ਹੁਣ ਸਾਡੇ ਪਾਸ ਹੈ, ਇਹ ਆਪਣੀ ਜਵਾਨੀ ਹੀ ਤੁਹਾਡੀ ਸੰਗਤ ਦੇ ਨਾਲ ਕੁਛ ਇੱਕ ਬਚਨਾਂ ਦੀ ਸਾਂਝ ਪਾਉਣਗੇ, ਤੇ ਜਿਹਦੇ ਦੁਆਰਾ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਵੀ ਜੋ ਆਪਣੇ ਨੌਜਵਾਨ ਹੈ ਜਿਹੜੇ ਸਿੱਖੀ ਤੋਂ ਦੂਰ ਜਾ ਰਹੇ ਆ ਔਰ ਨਸ਼ਿਆਂ ਵਿੱਚ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਬਰਬਾਦ ਹੋ ਰਹੀ ਹੈ, ਜੇ ਇਹ ਗੁਰਲਾਲ ਸਿੰਘ ਹੋਰੀ ਦਾਅਵਾ ਕਰਦੇ ਜੇ ਮੇਰਾ ਜੀਵਨ ਬਦਲ ਸਕਦਾ, ਤੇ ਆਮ ਸਧਾਰਨ ਮਨੁੱਖ ਜੋ ਬੱਚੇ ਨੌਜਵਾਨ ਆ ਉਹਨਾਂ ਦਾ ਜੀਵਨ ਕਿਉਂ ਨਹੀਂ ਬਦਲ ਸਕਦਾ। ਸੋ ਆਪਣੀ ਜ਼ੁਬਾਨੀ ਆਪ ਹੀ ਦੱਸਣਗੇ। ਔਰ ਇੱਥੋਂ ਤੱਕ ਇਹਦਾ ਕਹਿੰਦੇ ਆ ਕਿ ਇੱਕ ਡੱਬੀ ਸਿਗਰਟਾਂ ਦੀ ਰੋਜ਼ ਮੇਰਾ ਜਿਹੜਾ ਮੈਂ ਪੀਣ ਦਾ ਆਦੀ ਸੀ, ਆਰੰਭ ਵੀ ਮੇਰਾ ਸਿਗਰਟ ਤੋਂ ਹੋਣਾ, ਸੌਣ ਲੱਗਿਆ ਵੀ ਮੂੰਹ ਚੋਂ ਜਿਹੜਾ ਸਿਗਰਟ ਨਾਲ ਅਖੀਰ ਅੰਤ ਹੋਣਾ। ਤਾਂ ਤੇ ਇਸੇ ਪ੍ਰਕਾਰ ਹੋਰ ਜੋ ਕੁਛ ਨਸ਼ੇ ਉਹ ਤਾਂ ਬਾਕੀ ਤੁਸੀਂ ਦੇਖ ਹੀ ਸਕਦੇ ਹੋ। ਔਰ ਹੁਣ ਜੋ ਇਹ ਸੇਵਾ ਕਰਦੇ ਆ, ਥਾਂ ਥਾਂ ਸੀਡੀਆਂ ਪਹੁੰਚਾਉਂਦੇ ਆ, ਪੁਸਤਕਾਂ ਪਹੁੰਚਾਉਂਦੇ ਆ, ਔਰ ਬਾਕੀਆਂ ਨੂੰ ਆਪਣੀ ਜੀਵਨ ਨਿਸ਼ਾਨ ਹੋ ਕਰਕੇ, ਕਈ ਵਾਰੀ ਬੰਦਾ ਆਪਣੇ ਪਿਛਲੇ ਜੀਵਨ ਨੂੰ ਲੁਕਾਉਣ ਦਾ ਯਤਨ ਕਰਦਾ, ਪਰ ਅਸਲੀਅਤ ਇਹ ਹੁੰਦੀ ਆ ਜੋ ਮਨੁੱਖ ਤਬਦੀਲੀ ਆਈ ਆ ਤੇ ਫਿਰ ਉਹਨੂੰ ਦੱਸੇ, ਉਹਦੀ ਵੱਲ ਦੇਖ ਕਰਕੇ ਬਹੁਤਿਆਂ ਨੂੰ ਪ੍ਰੇਰਨਾ ਮਿਲਦੀ ਆ। ਸੋ ਮੈਂ ਭਾਈ ਸਾਹਿਬ ਭਾਈ ਗੁਰਲਾਲ ਸਿੰਘ ਜੀ ਜੋ ਬੜੇ ਸਤਿਕਾਰਯੋਗ ਆ, ਗੁਰੂ ਘਰ ਵੱਲੋਂ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਵੇਗਾ, ਤੇ ਉਹ ਆਪਣੀ ਸੰਖੇਪ ਜਿਹੀ ਜੀਵਨ ਜਿਸ ਤਰ੍ਹਾਂ ਉਹਨਾਂ ਦਾ ਹੋਇਆ, ਟਾਈਮ ਦੀ ਕੋਈ ਪਾਬੰਦੀ ਨਹੀਂ, 5 ਨਹੀਂ 7 ਮਿੰਟ ਲੱਗ ਜਾਣ, ਤਾਂ ਜੋ ਉਸ ਤੋਂ ਕਈਆਂ ਨੂੰ ਬਹੁਤ ਸਾਰੀ ਪ੍ਰੇਰਨਾ ਮਿਲ ਸਕਦੀ ਆ। ਔਰ ਭਾਈ ਗੁਰਲਾਲ ਸਿੰਘ ਜੀ ਆਪਣੀ ਹੱਡ ਬੀਤੀ, ਕਿਵੇਂ ਉਹਨਾਂ ਦੀ ਜੀਵਨ ਵਿੱਚ ਤਬਦੀਲੀ ਆਈ, ਕਿਹੋ ਜਿਹਾ ਉਹਨਾਂ ਦਾ ਜੀਵਨ ਸੀ, ਕੀ ਕੁਛ ਕਰਦੇ ਸਨ, ਕਿਵੇਂ ਕਲਬਾਂ ਵਿੱਚ ਜਾਂਦੇ ਸਨ, ਕੀ ਕੁਛ ਹੋਇਆ, ਕਿਵੇਂ ਤਬਦੀਲੀ ਆਈ, ਉਹ ਆਪ ਜੀ ਦੇ ਨਾਲ ਸਾਂਝੀ ਕਰਦੇ ਆ ਭਾਈ ਸਾਹਿਬ ਭਾਈ ਗੁਰਲਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਅੱਜ ਜਿਸ ਪੁਸਤਕ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ 'ਚ ਬਦਲਾਵ ਆਇਆ ਕਿ ਉਹ ਮਹਾਂਪੁਰਸ਼ ਇੱਥੇ ਹੀ ਵਿਰਾਜਮਾਨ ਨੇ, ਤੇ ਬੜਾ ਕਨਫਿਊਜ਼ਨ ਵੀ ਹੋ ਰਹੀ ਹੈ ਕਿ ਉਹ ਪਹਿਲਾਂ ਡਰ ਨਹੀਂ ਲੱਗਦਾ ਸੀ, ਹੁਣ ਗੁਰਦੁਆਰਾ ਸਾਹਿਬ ਐਂਟਰ ਹੁੰਦੇ ਹੀ ਡਰ ਲੱਗਦਾ ਹੈ ਕਿ ਇਹੀ ਲੱਗਦਾ ਕਿ ਗੁਰੂ ਮਹਾਰਾਜ ਦੇਖ ਰਿਹਾ, ਕੋਈ ਗਲਤ ਕੰਮ ਨਾ ਹੋ ਜਾਏ। ਮੈਂ ਆਪਣੇ ਬਾਰੇ ਦੱਸਦਾ ਕਿ ਮੇਰੀ ਉਮਰ 33 ਸਾਲ ਦੀ ਉਮਰ ਹੈ, 82 ਬੋਰਨ। 16 ਸਾਲ ਤਕਰੀਬਨ ਮੈਂ ਮਤਲਬ ਸਿਗਰਟ ਪੀਤੀ ਹੋਣੀ ਹੈ, ਲਾਈਕ ਆਲਮੋਸਟ ਹਾਫ ਆਫ ਮਾਈ ਲਾਈਫ। ਤੇ
ਸ਼ਰਾਬ ਵੀ ਪੀਤੀ ਹੈ ਤੇ ਕਦੇ ਕੋਈ ਪਛਤਾਵਾ ਵੀ ਨਹੀਂ ਸੀ ਕਿ ਮੈਂ ਕੋਈ ਗਲਤ ਕੰਮ ਕਰ ਰਿਹਾ ਜਾਂ ਨਹੀਂ। ਪਰ ਸ਼ਰਾਬ ਨੂੰ ਤਾਂ ਕੋਈ ਮਾੜਾ ਨਹੀਂ ਕਹਿੰਦਾ, ਸ਼ਰਾਬ ਤਾਂ ਅੱਜ ਕੱਲ੍ਹ ਕਹਿੰਦੇ ਜੱਟਾਂ ਦੇ ਮੁੰਡੇ ਪੀਂਦੇ ਹੀ ਆ, ਮਤਲਬ ਉਹਨੂੰ ਇੱਕ ਲੀਗਲ ਚੀਜ਼ ਬਣਾ ਰੱਖੀ ਹੈ, ਜੋ ਕਿ ਇਹ ਬਹੁਤ ਬੁਰੀ ਆਦਤ ਆ। ਮੈਂ ਆਪਣੀ ਜ਼ਿੰਦਗੀ ਵਿੱਚ ਇੰਨੇ ਵਾਰ ਕਲੱਬ ਗਿਆ ਹੋਊਗਾ ਕਿ ਸ਼ਾਇਦ ਹੀ ਮੈਨੂੰ ਅੱਜ ਤੱਕ ਕੋਈ ਲੜਕਾ ਨਹੀਂ ਮਿਲਿਆ ਵੀ ਜਿਹੜਾ ਕਿ ਕਹਿ ਦੇ ਕਿ ਮੈਂ ਇੰਨਾ ਕਲੱਬ ਗਿਆ। ਮੈਂ ਇੰਡੀਆ ਦੀ ਗੱਲ ਕਰ ਰਿਹਾ, ਇੰਡੀਆ ਰਹਿੰਦੇ ਹੋਏ। ਮੈਂ ਚੰਡੀਗੜ੍ਹ ਪੜ੍ਹਦਾ ਸੀ, ਚੰਡੀਗੜ੍ਹ ਦੀ ਗੱਲ ਕਰਦੇ ਹਾਂ। ਇੱਥੇ ਵੀ ਗਏ ਆ, ਬਟ ਇੱਥੇ ਤੁਹਾਨੂੰ ਪਤਾ ਕਿ ਕੰਮ ਦੇ ਰੁਝੇਵੇਂ ਜ਼ਿਆਦਾ ਹੁੰਦੇ ਆ, ਜਿੰਨਾ ਟਾਈਮ ਮਿਲਦਾ ਸੀ। ਹੋਰ ਵੀ ਬਹੁਤ ਕੁਝ, ਮਤਲਬ ਕਿ ਮੇਰੇ ਹੁਣ ਯਾਦ ਵੀ ਨਹੀਂ ਮੈਂ ਕੀ ਦੱਸਾਂ। ਸ਼ਾਇਦ 3 ਘੰਟੇ ਵੀ ਲੱਗ ਜਾਣ ਜੇ ਮੈਂ ਪੂਰੀ ਜ਼ਿੰਦਗੀ ਦੇ ਬਾਰੇ ਦੱਸਣਾ ਹੋਵੇ ਤਾਂ। ਬਟ ਮੇਰੇ ਗੋਡੇ ਤੇ ਸੱਟ ਵੱਜੀ ਸੀ ਜੀ। ਮੇਰੇ ਸੱਟ ਵੱਜਣ ਦੇ ਉਪਰੰਤ ਜਦੋਂ ਕਹਿੰਦੇ ਕਿ ਦਰਦ ਹੁੰਦਾ ਜਾਂ ਆਪਾਂ ਨੂੰ ਦੁੱਖ ਮਿਲਦਾ ਤੇ ਆਪਾਂ ਨੂੰ ਰੱਬ ਯਾਦ ਆਉਂਦਾ, ਤੇ ਬੜਾ ਮੈਂ ਦਰਦ ਮਹਿਸੂਸ ਕਰਨਾ, ਡਾਕਟਰ ਦੇ ਜਾਣਾ, ਫਿਜ਼ੀਓਥੈਰੇਪੀ, ਜਿੰਨੇ ਵੀ ਦੇਸੀ ਤਰੀਕੇ ਜੋ ਮਾਲਿਸ਼ ਮੂਲਿਸ਼ ਸਭ ਕਰਾਉਣਾ, ਕੋਈ ਹੱਲ ਨਹੀਂ ਸੀ। ਇੱਕ ਦਿਨ ਮੈਂ ਕੰਮ ਤੇ ਬੈਠਾ, ਇੰਟਰਨੈਟ ਤੇ ਗੂਗਲ ਤੇ ਸਰਚ ਕਰ ਰਿਹਾ ਸੀਗਾ ਕਿ ਐਨੀ ਦੇਸੀ ਰੈਮੇਡੀ ਫॉर ਪੇਨ ਕਿਲਰ ਔਰ ਐਨੀਥਿੰਗ। ਉੱਥੇ ਲਿਖਿਆ ਆ ਗਿਆ ਕਿ ਗੁਰਬਾਣੀ ਹਰ ਇੱਕ ਚੀਜ਼ ਦਾ ਹੱਲ ਕਰਦੀ ਆ। ਤੇ ਮੈਨੂੰ ਸਮਝ ਹੀ ਨਹੀਂ ਆਈ। ਪਤਾ ਤਾਂ ਹੈ ਗੁਰਬਾਣੀ ਸ਼ਕਤੀ ਹੈ, ਪਰ ਯਕੀਨ ਨਾ ਆਏ। ਪਰ ਮੈਂ ਕਿਹਾ ਚਲੋ ਵੀ ਇਹ ਵੀ ਚੀਜ਼ ਦੇਖ ਲਈ ਜਾਏ। ਉਹ ਸਰਬ ਰੋਗ ਔਖਦ ਨਾਮ ਮਿਸ਼ਨ ਦਾ ਪਤਾ ਚੱਲਿਆ। ਉੱਥੋਂ ਹੌਲੀ ਹੌਲੀ ਉਹਨਾਂ ਨੂੰ ਈਮੇਲ ਕੀਤੀ। ਉਹਨਾਂ ਨੇ ਅੱਗੇ ਗਾਂ ਇੱਕ ਭੈਣ ਜੀ ਕਮਲਪ੍ਰੀਤ ਜੋ ਕਿ ਇੱਥੇ ਹੀ ਆਏ ਹੋਏ ਨੇ, ਉਹਨਾਂ ਨੂੰ ਵੀ ਮੈਂ ਫਸਟ ਟਾਈਮ ਬਾਬਾ ਜੀ ਦੇ ਨਾਲ ਹੀ 2-3 ਦਿਨ ਪਹਿਲਾਂ ਹੀ ਮਿਲਿਆ। ਉਹਨਾਂ ਨੇ ਮੈਨੂੰ PDF ਫਾਈਲ ਦੇ ਵਿੱਚ ਸੇਕ ਨਾਇਆ ਪੁਸਤਕ ਭੇਜੀ। ਮੈਂ ਪਹਿਲੇ 5-6 ਦਿਨ ਤਾਂ ਪੜ੍ਹੀ ਨਹੀਂ। ਮੈਂ ਕਿਹਾ ਬੁੱਕ ਹੈ ਵੀ ਚਲੋ ਕੀ ਪੜ੍ਹਨੀ ਆ। ਫਿਰ ਜਦੋਂ ਪੇਨ ਸੀ, ਚਲੋ ਮੈਂ ਕਿਹਾ ਵੀ ਪੜ੍ਹ ਲੈਂਦੇ ਆ, ਟਾਈਮ ਪਾਸ ਹੋਏਗਾ। ਮੈਂ ਜਿਮ ਦੇ ਵਿੱਚ ਸਾਈਕਲਿੰਗ ਕਰ ਰਿਹਾ ਸੀ, ਮੇਰੇ ਪੇਨ ਬਹੁਤ ਹੋ ਰਹੀ ਸੀ। ਪੜ੍ਹਦਾ ਗਿਆ ਹੌਲੀ ਹੌਲੀ ਮੈਨੂੰ ਸਮਝ ਆਇਆ ਕਿ ਮਹਾਂਪੁਰਸ਼ ਕੌਣ ਹੁੰਦੇ ਨੇ। ਪਹਿਲਾਂ ਮੈਂ ਬਲੀਵ ਹੀ ਨਹੀਂ ਕਰਦਾ ਸੀ, ਮਾਫ ਕਰਨਾ ਬਾਬਾ ਜੀ, ਪਹਿਲਾਂ ਮੈਂ ਬਲੀਵ ਨਹੀਂ ਕਰਦਾ ਜੀ। ਮੈਨੂੰ ਇਹ ਕਿ ਸੰਤ ਕੋਈ ਸੰਤ ਨਹੀਂ ਹੁੰਦੇ। ਮਤਲਬ ਮੈਨੂੰ ਇਹ ਹੁੰਦਾ ਸੀ ਕਿ ਸੰਤ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਏ ਨੇ। ਇਹ ਮੇਰੀ ਸੋਚ ਸੀ। ਚਲੋ ਮੈਂ ਜੀਵਨੀ ਪੜ੍ਹੀ ਤੇ ਮੈਨੂੰ ਇਹ ਲੱਗਿਆ ਕਿ ਨਹੀਂ, ਵੀ ਮੇਰਾ ਕਹਿਣਾ ਗਲਤ ਆ। ਪਹਿਲਾਂ ਕਈ ਵਾਰ ਕਿਸੇ ਨੂੰ ਗਲਤ ਵੀ ਬੋਲ ਦਈਦਾ ਸੀ, ਤੇ ਹੁਣ ਚਾਹੇ ਗੁਰੂ ਮਹਾਰਾਜ ਦੀ ਕਿਰਪਾ, ਕੋਸ਼ਿਸ਼ ਇਹੀ ਹੁੰਦੀ ਹੈ ਕਿ ਚਾਹੇ ਕੋਈ ਗਲਤ ਵੀ ਆ ਉਹਨੂੰ ਵੀ ਗਲਤ ਨਾ ਕਿਹਾ ਜਾਏ। ਵੀ ਇੰਨਾ ਡਰ ਲੱਗਦਾ, ਜੇ ਬੋਲਿਆ ਵੀ ਜਾਂਦਾ ਤਾਂ ਮਾਫੀ ਮੰਗ ਲਈ ਜਾਂਦੀ ਆ। ਪੁਸਤਕ ਪੜ੍ਹਦੇ ਜੀ ਬਸ ਅੱਜ ਵੀ ਮੈਂ ਤੁਹਾਡੇ ਸਾਹਮਣੇ ਖੜਾ। ਮੇਰੇ ਕੋਲ MRI ਵੀ ਪਈ ਹੈ, ਜਿਹਦੇ ਮੈਨੂੰ ਡਾਕਟਰਸ ਨੇ ਸਰਜਰੀ ਦੱਸੀ ਸੀ। ਈਵਨ ਡਾਕਟਰ ਇਨ ਇੰਡੀਆ, ਡਾਕਟਰ ਫਰੋਮ ਦਾ PGI ਆਲਸੋ, ਐਂਡ ਡਾਕਟਰ US ਦੇ ਵੀ ਕਿ ਸਰਜਰੀ ਹੋਏਗੀ। ਮੈਂ ਤੁਹਾਡੇ ਸਾਹਮਣੇ ਖੜਾ, ਕੋਈ ਮੇਰੇ ਇਸ ਟਾਈਮ ਪੇਨ ਨਹੀਂ ਹੈ। ਸਿਰਫ ਤੇ ਸਿਰਫ ਗੁਰਬਾਣੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਮਤਲਬ ਉਹਨਾਂ 'ਚ ਇੰਨੀ ਤਾਕਤ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਆਪਾਂ ਉਹਨਾਂ ਨੂੰ ਇੱਕ ਪੁਸਤਕ ਦੇ ਤੌਰ ਤੇ ਮੱਥਾ ਟੇਕ ਦਿੰਦੇ ਹਾਂ। ਪ੍ਰਤੱਖ ਗੁਰੂ ਨਹੀਂ। ਮੈਂ ਕਹਿੰਦਾ ਤੁਸੀਂ 2 ਵਾਰ ਤੁਸੀਂ ਸੋਚ ਕੇ ਜਾਓ ਕਿ ਅੱਜ ਗੁਰਦੁਆਰਾ ਸਾਹਿਬ ਜਾਣਾ ਹੈ, ਪ੍ਰਤੱਖ ਗੁਰੂ ਨੇ ਦਰਸ਼ਨ ਕਰਨ ਜਾਣਾ ਹੈ, ਤੁਹਾਨੂੰ 2 ਵਾਰ ਚੀਜ਼ ਤੁਹਾਨੂੰ ਡਿਫਰੈਂਸ ਪਤਾ ਚੱਲ ਜਾਏਗਾ। ਮੈਂ ਗੁਰਦੁਆਰਾ ਸਾਹਿਬ ਆਉਣਾ ਹੁੰਦਾ ਸੀ ਤੇ ਲੰਘ ਮਾਰ ਕੇ ਲੰਗੜਾ ਕੇ ਚੱਲਣਾ ਤੇ ਪਿੱਛੇ ਜਾ ਕੇ ਦੀਵਾਰ ਨਾਲ ਬੈਠ ਜਾਣਾ, ਕਿਉਂਕਿ ਮੇਰੇ ਤੋਂ ਬੈਠਿਆ ਨਹੀਂ ਜਾਂਦਾ ਹੁੰਦਾ ਸੀ। ਫਿਰ ਤੰਬਾਕੂ ਪੀਂਦੇ ਦੀ, ਸਿਗਰਟ ਦੀ ਸਮੈਲ, ਘਰੇ ਵੀ ਪਤਾ ਚੱਲਿਆ ਛੱਡ ਦੋ, ਕਿ ਮਾਂ ਪਿਓ ਦਾ ਕਹਿਣਾ ਹੀ ਕਹਿਣਾ। ਪਰ ਤੰਬਾਕੂ ਦੀ ਆਦਤ ਬਹੁਤ ਬੁਰੀ ਹੈ, ਤੇ ਬਹੁਤ ਕੋਈ ਵੀ ਨਸ਼ਾ ਹੈ ਉਹ ਬਹੁਤ ਬੁਰੀ ਆਦਤ ਹੈ, ਉਹ ਛੁੱਟਦੀ ਨਹੀਂ ਹੈ। ਬਸ ਅਰਦਾਸ ਕਰੀ ਜਾਣੀ। ਫਿਰ ਸੇਕ ਨਾਇਆ ਪੜ੍ਹੀ, ਦੁਬਾਰਾ ਪੜ੍ਹੀ, 2 ਵਾਰ ਪੜ੍ਹੀ। ਤੇ ਪੜ੍ਹਨ ਤੋਂ ਬਾਅਦ ਪਤਾ ਚੱਲਿਆ ਕਿ ਵੀ ਨਹੀਂ, ਸਿੱਖ ਧਰਮ ਜਿਹੜੇ ਜੀਵਨ ਹੈ, ਜਿਹੜੀ ਇੱਕ ਦਸਤਾਰ ਜੋ ਮੇਰੇ ਸਿਰ ਤੇ ਹੈ, ਇਹ ਕੋਈ 200 ਜਾਂ 500 ਰੁਪਏ ਮੀਟਰ ਦੀ ਨਹੀਂ ਹੈ, ਇਹ ਲੱਖਾਂ ਸਿਰ ਵਾਰ ਕੇ ਮਿਲੀ ਹੈ। ਤੇ ਜਿਹੜੀ ਕਿ ਆਪਾਂ ਅੱਜ ਕੱਲ੍ਹ ਦੇ ਮੁੰਡਿਆਂ ਨੇ ਮਤਲਬ ਇਹਨੂੰ ਸਿਰਫ ਇੱਕ ਵਿਆਹ ਦੇ ਤੌਰ ਤੇ ਰੱਖ ਲਿਆ ਕਿ ਵਿਆਹ ਵੇਲੇ ਪੱਗ ਬੰਨਣੀ ਆ, ਉਸ ਤੋਂ ਬਾਅਦ ਲਾ ਲਓ, ਜੋ ਕਿ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਹੈ, ਸਿੱਖੀ ਪਰਪੱਖ ਹੋਣਾ ਚਾਹੀਦਾ ਹੈ, ਤੇ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜਨਾ ਚਾਹੀਦਾ। ਪਹਿਲਾਂ ਵੀ ਗੁਰੂ ਘਰ ਆਉਂਦੇ ਸੀ, ਪਰ ਗੁਰੂ ਘਰ ਮੱਥਾ ਟੇਕਣ ਆਉਂਦੇ ਸੀ, ਪਰ ਮੱਥਾ ਘਰੇ ਰੱਖ ਕੇ ਆਉਂਦਾ ਸੀ। ਆਉਣਾ, ਚਲੋ ਜੀ 1 ਵਜੇ ਭੋਗ ਪੈਣਾ, 1:45 ਚੱਲ ਜਾਓ, ਲੰਗਰ ਛਕਿਆ ਆ ਜਾਓ। ਕੋਈ ਮਹੱਤਤਾ ਨਹੀਂ, ਪਤਾ ਨਹੀਂ ਹੁੰਦਾ ਸੀ। ਇੰਨਾ ਪਤਾ ਹੁੰਦਾ ਸੀ, ਸੋਚ ਬੁੱਝ ਨਹੀਂ ਸੀ। ਹੁਣ ਕੋਸ਼ਿਸ਼ ਮਹਾਰਾਜ ਦੀ ਕਿਰਪਾ ਨੇ ਇਹ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਜੀ ਵੀ ਅਖੀਰਲੇ ਸਾਹ ਤੱਕ
ਆਪਣੇ ਚਰਨਾਂ ਦੀ ਧੂੜ ਬਖਸ਼ਿਓ। ਨਾਮ ਬਾਣੀ ਨਾਲ ਜੋੜ ਕੇ ਰੱਖਣਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਕਿਉਂਕਿ ਜੋ ਨਸ਼ਾ ਨਾਮ ਬਾਣੀ 'ਚ ਉਹ ਕਿਸੇ 'ਚ ਨਹੀਂ ਹੈ। ਮੇਰੇ ਕਈ ਦੋਸਤ ਹੁਣ ਵੀ ਮੈਨੂੰ ਫੋਨ ਕਰਨੋਂ ਵੀ ਹਟ ਗਏ, ਜਾਂ ਕਈ ਉਹ ਕਹਿੰਦੇ ਆ ਕਿ ਤੂੰ ਡਿਪਰੈਸਡ ਹੋ ਗਿਆ। ਉਹਨਾਂ ਨੂੰ ਇਹ ਲੱਗਦਾ ਕਿ ਆਮ ਇਨ ਡਿਪਰੈਸ਼ਨ। ਮੈਂ ਕਿਹਾ ਜੇ ਡਿਪਰੈਸ਼ਨ ਹੈ, ਮੈਂ ਕਹਿੰਦਾ ਸਾਰੀ ਦੁਨੀਆ ਨੂੰ ਡਿਪਰੈਸ਼ਨ ਹੋ ਜਾਏ, ਕਿਉਂਕਿ ਜੋ ਇੱਕ ਨਸ਼ਾ, ਜੋ ਇੱਕ ਜੋਸ਼, ਇੱਕ ਜਪਜੀ ਸਾਹਿਬ 'ਚ, ਇੱਕ ਚੌਪਾਈ ਸਾਹਿਬ 'ਚ, ਉਹ ਕਿਤੇ ਨਹੀਂ ਹੈ। ਕਿਸੇ ਨੂੰ ਕੋਈ ਸ਼ਬਦ ਵਧੀਆ ਲੱਗਦਾ, ਮੈਨੂੰ ਚੌਪਾਈ ਸਾਹਿਬ ਕਰਨਾ ਵਧੀਆ ਲੱਗਦਾ। ਤੇ ਮੇਰੀ ਹੱਥ ਜੋੜ ਕੇ ਸਭ ਨੂੰ ਬੇਨਤੀ ਇਹੀ ਹੈ ਕਿ ਤੁਸੀਂ ਸੇਖ ਨਇਆ ਜ਼ਰੂਰ ਪੜੋ। ਇੱਕ ਵਾਰ ਪੜੋ, ਨਹੀਂ ਫਰਕ, 2 ਵਾਰ ਪੜੋ। ਸਿਰਫ ਸੇਖ ਨਇਆ ਨਹੀਂ, ਕੋਈ ਵੀ ਧਾਰਮਿਕ ਲਿਟਰੇਚਰ ਕੋਈ ਵੀ ਪੜੋ। ਪੜਨਾ ਮੈਨੂੰ ਪਹਿਲਾਂ ਤੋਂ ਥੋੜਾ ਬਹੁਤ ਸ਼ੌਂਕ ਸੀਗਾ ਪੜਨ ਦਾ। ਮੈਗਜ਼ੀਨ ਪੜ੍ਹ ਲੈਣੇ, ਲਾਈਕ ਕ੍ਰਿਕਟ ਦੇ ਉੱਤੇ ਮੈਗਜ਼ੀਨ ਪੜ੍ਹ ਲੈਣੇ, ਕੁਝ ਹੋਰ ਬੁੱਕਸ ਪੜ੍ਹ ਲੈਣੀਆਂ, ਤੇ ਉਸੇ ਦੀ ਬਦੌਲਤ ਹੀ ਮੈਂ ਪੁਸਤਕ ਪੜ੍ਹੀ ਹੈ। ਨਹੀਂ ਜੇ ਮੈਨੂੰ ਪੜਨ ਦਾ ਸ਼ੌਂਕ ਵੀ ਨਾ ਹੁੰਦਾ ਤਾਂ ਸ਼ਾਇਦ ਮੈਂ ਇਸ ਟਾਈਮ ਵੀ ਸ਼ਾਇਦ ਮੈਂ ਕਲੱਬ 'ਚ ਹੁੰਦਾ ਜਾਂ ਮੈਂ ਘਰੇ ਹੁੰਦਾ। ਤੇ ਬਾਬਾ ਜੀ ਤੋਂ ਵੀ ਆਸ਼ੀਰਵਾਦ ਲੈਂਦੇ ਆ, ਸਾਧ ਸੰਗਤ ਤੋਂ ਵੀ ਆਸ਼ੀਰਵਾਦ ਲੈਂਦੇ ਆ ਕਿ ਕਿਰਪਾ ਕਰਕੇ ਸੀਸ ਬਖਸ਼ੋ ਕਿ ਅਖੀਰਲੇ ਸਾਹ ਤੱਕ ਇੱਕ ਸਿੱਖੀ ਜੀਵਨ 'ਚ ਹੀ ਰਹੀਏ, ਤੇ ਸਾਡੇ ਹਿਰਦੇ ਤੋਂ ਵੀ ਕਿਸੇ ਦਾ ਬੁਰਾ ਨਾ ਹੋਏ। ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਇਹੀ ਹਮੇਸ਼ਾ ਅਰਦਾਸ ਰਹਿੰਦੀ ਹੈ ਕਿ ਇੱਕ ਸਿੱਖ ਦੇ ਜੀਵਨ, ਇੱਕ ਸਿੱਖ ਹੋਣ ਦੇ ਨਾਤੇ ਇੱਕ ਸਿੱਖੀ ਨੂੰ ਦਾਗ ਨਾ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ